सत श्री अकाल दोस्तों, मैं सतनाम धालीवाल ग्लोबल असैस वीजा एंड इमीग्रेशन कोटकपुरा तो उम्मीद करते हैं तुसीं सारे ठीक ठाक होवोगे, चढ़ती कला विच होवोगे, अपने परिवारक मैंबरां दे नाल होवोगे और इस मुश्किल घड़ी नूं जिहड़ा हैगा परिवारक मैंबरां दे नाल एक दूजे दा साथ दे के जिहड़ा हैगा निभा रहे होवोगे। अज आपां गल करांगे जी स्पाउस ओपन वर्क परमिट दे विच ना एक वीर दे कमेंट दे विच एक क्वेरी आई सीगी ਤੇ ਉਹ ਮੈਂ ਤੁਹਾਨੂੰ ਕਮੈਂਟ ਜਿਹੜਾ ਹੈਗਾ ਵੀਰ ਦਾ ਮੈਂਸ਼ਨ ਵੀ ਕਰ ਦੂੰਗਾ, ਉਹਦਾ ਕੁਐਸਚਨ ਮੈਂਸ਼ਨ ਕਰ ਦਾਂਗਾ ਨਾਲ। ਤੇ ਉਹਦੇ ਉਹਨਾਂ ਨੇ ਇਹ ਚੀਜ਼ ਪੁੱਛੀ ਸੀ ਕਿ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲੌਂਚ ਕਰਨ ਵਾਲੇ ਕੰਸਲਟੈਂਟਸ ਨੇ ਤੇ ਉਹ ਜਿਹੜੇ ਹੁੰਦਾ ਕਿ ਡਾਕੂਮੈਂਟ ਉਹ ਇੰਨੇ ਕਿਉਂ ਮੰਗਦੇ ਨੇ ਤੇ ਉਹਨਾਂ ਨੂੰ ਇੰਨੀ ਕੀ ਜ਼ਰੂਰਤ ਹੁੰਦੀ ਹੈ ਡਾਕੂਮੈਂਟ ਦੀ। ਤੇ ਸਪੈਸ਼ਲੀ ਜਦੋਂ ਆਪਾਂ ਕਹੀਏ ਵੀ ਕੀ ਜਿਹੜਾ ਵੀਜ਼ਾ ਆਫੀਸਰ ਆ ਉਹ ਸਾਰੇ ਡਾਕੂਮੈਂਟ ਜਿੰਨੇ ਫਾਈਲ ਦੇ ਵਿੱਚ ਲਾਉਣੇ ਉਹ ਵੇਖਦਾ ਵੀ ਹੈ ਕਿ ਨਹੀਂ ਵੇਖਦਾ, ਕਿ ਉਹਦੇ ਕੋਲ ਇੰਨਾ ਟਾਈਮ ਹੁੰਦਾ ਵੇਖਣ ਦਾ। ਸੋ ਅੱਜ ਇਹਨਾਂ ਸਾਰੇ ਟੌਪਿਕ ਦੀ ਜਿਹੜੀ ਹੈਗੀ ਆ ਇਸ ਕੁਐਸਚਨ ਤੇ ਜਿਹੜੀ ਆਪਾਂ ਗੱਲ ਕਰਾਂਗੇ। सब तो पहले आप गल शुरू कर लीए जी डॉक्यूमेंट के बारे कि स्पाउस ओपन वर्क परमिट की फाइल की अगर आप गल करिए जी बुनियाद होंगी है वो सिर्फ दो चीज़ों ते खड़ी होंगी है। सब तो पहली गल होंगी है जी कि तुहाडा रिलेशनशिप स्ट्रोंग है, तुसीं उहनूं जेन्युइन प्रूव कर सकते हो कि तुसीं अपने स्पाउस दे नाल कितना टाइम स्पेंड किया है या कितना टाइम तुसीं रहे हो, कित्थे कित्थे तुसीं गए हो। सारियां चीज़ां जिहड़ियां होंदियां आपां तुहाडे रिलेशनशिप प्रूफ नूं स्ट्रोंग करने वास्ते, रिलेशनशिप नूं स्ट्रोंग करने वास्ते ਉਹਦੇ ਜਿਹੜੇ ਪ੍ਰੂਫ ਹੈਗੇ ਉਹ ਆਪਾਂ ਲਗਾਉਣੇ ਆ। ਸੈਕੰਡਲੀ ਗੱਲ ਹੁੰਦੀ ਹੈ ਜੀ ਤੁਹਾਡੇ ਜਿਹੜੇ ਫੰਡਸ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਤੁਹਾਡੇ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਦੇ ਵਿੱਚ, ਕਿਉਂਕਿ ਇੱਕ ਫੰਡਸ ਦੇ ਬਿਹਾਫ ਤੇ ਇਹ ਹੁੰਦਾ ਕਿ ਤੁਸੀਂ ਜਦੋਂ ਆਪਣੇ ਸਪਾਊਸ ਕੋਲ ਵਿਜ਼ਿਟ ਕਰਨ ਜਾਂਦੇ ਹੋ ਕਿ ਤੁਹਾਡੇ ਕੋਲ ਇੱਕ ਇੰਨੀ ਇਨਫ ਫੰਡਿੰਗ ਹੈ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਉੱਪਰ ਜਾਂ ਗਵਰਨਮੈਂਟ ਆਫ ਕੈਨੇਡਾ ਦੇ ਉੱਪਰ ਤੁਸੀਂ ਬੋਝ ਨਹੀਂ ਬਣਦੇ। ਸੈਕੰਡਲੀ ਉਹ ਫੰਡ ਨੇ ਹੀ ਤੁਹਾਡਾ ਇਹ ਦੱਸਣਾ ਕਿ ਕੀ ਤੁਹਾਡੀ ਇੰਡੀਆ ਦੇ ਵਿੱਚ ਜਿਹੜੀਆਂ ਹੈਗੀਆਂ ਤੁਹਾਡੀਆਂ ਫਾਈਨੈਂਸ਼ੀਅਲ ਟਾਈਜ਼ ਨੇ, ਤੁਹਾਡਾ ਬਿਜ਼ਨਸ ਟਾਈਜ਼ ਨੇ, ਤੁਹਾਡੀ ਆਪਣੀ ਹੋਮ ਕੰਟਰੀ ਦੇ ਵਿੱਚ ਤੁਹਾਡੀਆਂ ਟਾਈਜ਼ ਨੇ, ਉਹ ਕੀ ਤੁਹਾਡੀਆਂ ਟਾਈਜ਼ ਸਟਰੋਂਗ ਨੇ ਜਿਹਦੀ ਵਜ੍ਹਾ ਕਰਕੇ ਕੀ ਹੈ ਕਿ ਤੁਸੀਂ ਆਪਣੀ ਹੋਮ ਕੰਟਰੀ ਵਾਪਸ ਆਓਗੇ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਜਾਂ ਇਹਨਾਂ ਸਾਰੇ ਪਹਿਲੂਆਂ ਨੂੰ ਪ੍ਰੂਵ ਕਰਨ ਵਾਸਤੇ ਜਿਹੜੇ ਡਾਕੂਮੈਂਟਸ ਹੁੰਦੇ ਆ ਉਹ ਕਾਫੀ ਬਣ ਜਾਂਦੇ ਨੇ। ਤੇ ਹਰੇਕ ਕੇਸ ਦੇ ਉੱਪਰ ਆਪਾਂ ਗੱਲ ਕਰੀਏ ਤਾਂ ਕਿ ਡਾਕੂਮੈਂਟ ਜਿਹੜੇ ਹੁੰਦੇ ਆ ਉਹ ਅਲੱਗ-ਅਲੱਗ ਹੁੰਦੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਹੀ ਪਰਫਾਰਮਾ ਆਪਾਂ ਰੈਡੀ ਕਰ ਲਿਆ ਜਾਂ ਆਪਾਂ ਇੱਕ ਹੀ ਚੀਜ਼ ਕਰਤੀ। ਠੀਕ ਹੈ, ਚੈੱਕਲਿਸਟ ਜਿਹੜੀ ਹੁੰਦੀ ਆ ਡਾਕੂਮੈਂਟਸ ਦੀ ਆਲਮੋਸਟ ਸੇਮ ਹੁੰਦੀ ਹੈ, ਸਾਰੀ ਸੇਮ ਹੁੰਦੀ ਹੈ। ਬਟ ਜਦੋਂ ਆਪਾਂ ਉਸ ਫਾਈਲ ਨੂੰ ਰੈਡੀ ਕਰਨ ਲੱਗਦੇ ਹਾਂ, ਲਾਈਕ ਕੋਈ ਇੱਕ ਕੇਸ ਚੱਕ ਲੈਂਦੇ ਆਪਾਂ ਕਿਸੇ ਇੱਕ ਪਾਰਟਿਕੂਲਰ ਕਿਸੇ ਐਪਲੀਕੈਂਟ ਦਾ ਕੇਸ ਹੈ ਤਾਂ ਉਹਦੇ ਵਿੱਚ ਆਪਾਂ ਉਹਦੇ ਫੰਡ ਨੂੰ ਜੈਨੂਇਨ ਕਰਾਂਗੇ। ਉਹ ਦੇਖਣਾ ਪੈਂਦਾ ਕਿ ਹੋ ਸਕਦਾ ਉਹ ਬੰਦਾ ਜੌਬ ਕਰਦਾ, ਹੋ ਸਕਦਾ ਉਹ ਉਹਦਾ ਆਪਣਾ ਬਿਜ਼ਨਸ ਹੋਵੇ, ਹੋ ਸਕਦਾ ਕਿ ਉਹ ਸਿਰਫ ਇੱਕ ਐਗਰੀਕਲਚਰਿਸਟ ਹੋਵੇ। ਤਾਂ ਉਹਨਾਂ ਤਿੰਨੇ ਆਪਾਂ ਕੇਸਿਸ ਦੇ ਵਿੱਚ ਕੀ ਆ ਉਹਦੇ ਫੰਡਸ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਹੈਗੇ ਆ ਉਹ ਜਸਟੀਫਾਈ ਹੁੰਦੇ ਨੇ। ਸੈਕੰਡਲੀ ਰਿਲੇਸ਼ਨਸ਼ਿਪ ਪ੍ਰੂਫ ਦੀ ਗੱਲ ਕਰ ਲੈਂਦੇ ਆ ਜੀ। ਕਿਸੇ ਨੇ ਜੋ ਹੈ ਆਪਣੀ ਮੈਰਿਜ ਆਫਟਰ ਵੀਜ਼ਾ ਕਰਵਾਈ ਹੁੰਦੀ ਹੈ, ਕਿਸੇ ਨੇ ਮੈਰਿਜ ਆਪਣੀ ਵੀਜ਼ਾ ਆਉਣ ਤੋਂ ਬਾਅਦ ਕਰਵਾਈ ਹੁੰਦੀ ਹੈ, ਤੇ ਜਾਂ ਕਿਸੇ ਨੇ ਕੀ ਕੀਤਾ ਹੁੰਦਾ ਕਿ ਉਹਨਾਂ ਦਾ ਰਿਸ਼ਤਾ ਹੋ ਜਾਂਦਾ, ਰਿਲੇਸ਼ਨਸ਼ਿਪ ਦੇ ਵਿੱਚ ਹੁੰਦੇ ਨੇ, ਫਾਈਲ ਪਹਿਲਾਂ ਲੱਗੀ ਹੁੰਦੀ ਹੈ ਤੇ ਵੀਜ਼ਾ ਜਿਹੜਾ ਹੈਗਾ ਉਹ ਬਾਅਦ ਚ ਆਉਂਦਾ। ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਨਾ ਕੀ ਹੁੰਦਾ ਕਿ ਕੇਸ ਨੂੰ ਜਿਹੜਾ ਹੈਗਾ ਡਿਫਰੈਂਟ ਤਰੀਕੇ ਨਾਲ ਵੇਰੀ ਕਰਦੇ ਨੇ ਸਾਰੇ ਡਾਕੂਮੈਂਟ, ਤੇ ਆਪਾਂ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਉਹ ਸਾਰਿਆਂ ਦੀ ਇਹ ਨਹੀਂ ਹੁੰਦਾ ਕਿ ਆਪਾਂ ਇੱਕੋ ਤਰੀਕੇ ਨਾਲ ਪੇਸ਼ ਕਰਾਂਗੇ। ਜਿਵੇਂ ਮੈਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਬਹੁਤ ਸਾਰੇ ਮੇਰੇ ਵੀਰ ਇਹੋ ਜਿਹੇ ਨੇ, ਸਪੈਸ਼ਲੀ ਆਪਾਂ ਕਈ ਕੰਸਲਟੈਂਟ ਜਿਨ੍ਹਾਂ ਨੇ ਇੱਕ ਪਰਫਾਰਮੈਂਸ ਰੱਖੇ ਹੋਏ ਨੇ ਬਣਾ ਕੇ, ਤੇ ਉਹ ਉਹਨਾਂ ਪਰਫਾਰਮੈਂਸ ਨੂੰ ਕੀ ਕਰਦੇ ਨੇ ਕਿ ਬਸ ਉਹਨਾਂ ਦੇ ਵਿੱਚ ਹੀ ਐਡੀਟਿੰਗ ਕਰਕੇ ਉਹਨਾਂ ਨੇ ਫਾਈਲ ਨੂੰ ਜਿਹੜੀ ਹੈਗੀ ਲੌਂਚ ਕਰ ਦੇਣਾ, ਸਪੈਸ਼ਲੀ ਕਵਰਿੰਗ ਲੈਟਰ ਦੇ ਉੱਤੇ ਜਿਹੜਾ ਇਨਵੀਟੇਸ਼ਨ ਲੈਟਰ ਹੁੰਦਾ ਉਹਦੇ ਵਿੱਚ। ਸੋ ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਫਾਈਲ ਨੂੰ ਜਿਹੜੀ ਹੈਗੀ ਉਹ ਮਿਸਰੀਪ੍ਰੈਜ਼ੈਂਟ ਕਰਦੀ ਹੈ, ਜਿਹੜੀ ਉਹਦੀ ਡਰਾਫਟਿੰਗ ਹੁੰਦੀ ਹੈ ਫਾਈਲ ਦੀ ਉਹ ਗਲਤ ਹੋ ਜਾਂਦੀ ਹੈ। ਸੋ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ, ਤੁਹਾਡੇ ਕੋਲ ਜਿੰਨੇ ਵੀ ਡਾਕੂਮੈਂਟ ਨੇ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਮੇਰੀ ਫਾਈਲ ਦੇ ਵਿੱਚ ਮੈਂ ਆਪਦੇ ਵੱਲੋਂ ਇਹ ਡਾਕੂਮੈਂਟ ਇੰਨੇ ਤਿਆਰ ਕਰਵਾਏ ਹੋਏ ਨੇ, ਮੇਰੇ ਅਕੋਰਡਿੰਗ ਇਹ ਡਾਕੂਮੈਂਟ ਇਨਫ ਨੇ, ਜਾਂ ਮੇਰੇ ਅਕੋਰਡਿੰਗ ਇਹ ਸਾਰਾ ਕੁਝ ਲੱਗਣਾ ਚਾਹੀਦਾ ਹੈ, ਸਾਰਾ ਕੁਝ ਮੈਂ ਆਪਦੀ ਫਾਈਲ ਵਾਸਤੇ ਤਿਆਰ ਕਰਕੇ ਰੱਖਿਆ, ਤਾਂ ਉਹ ਸਾਰੇ ਡਾਕੂਮੈਂਟ ਇੱਕ ਵਾਰ ਆਪਣੇ ਕੰਸਲਟੈਂਟ ਨੂੰ ਦਿਖਾਇਆ ਜ਼ਰੂਰ ਕਰੋ, ਕਿਉਂਕਿ ਉਹਦੇ ਵਿੱਚੋਂ ਬਹੁਤ ਸਾਰੇ ਡਾਕੂਮੈਂਟ ਕੰਮ ਆਉਣ ਵਾਲੇ ਵੀ ਹੁੰਦੇ ਨੇ ਤੇ ਬਹੁਤ ਸਾਰੇ ਆਪਾਂ ਨਹੀਂ ਵੀ ਲਗਾ ਸਕਦੇ। ਤੇ ਰਹੀ ਗੱਲ ਜਿਹੜੀ ਹੁੰਦੀ ਹੈ ਕਿ ਆਨਲਾਈਨ ਫਾਈਲ ਸਬਮਿਟ ਹੁੰਦੀ ਆ, ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਜਿੰਨੇ ਵੀ ਡਾਕੂਮੈਂਟ ਤੁਹਾਡੇ ਹੈਗੇ ਨੇ ਉਹ ਸਾਰੇ ਹੀ ਲੱਗਣੇ ਚਾਹੀਦੇ। ਲਾਈਕ ਬਹੁਤ ਸਾਰੇ ਵੀਰਾਂ ਦੇ ਕੀ ਹੁੰਦਾ ਕਿ ਉਹਨਾਂ ਨੇ ਹੋਟਲ ਬਿਲਸ ਵੀ ਲਏ ਹੁੰਦੇ ਨੇ, ਉਹਨਾਂ ਨੇ ਸ਼ਾਪਿੰਗ ਬਿਲਸ ਵੀ ਲਏ ਹੁੰਦੇ ਨੇ, ਜਾਂ ਕਿਤੇ ਉਹਨਾਂ ਨੇ ਆਪਣਾ ਰੈਸਟੋਰੈਂਟ ਵਗੈਰਾ ਗਏ ਹੁੰਦੇ ਉਹਦੇ ਬਿੱਲ ਵੀ ਲਏ ਹੁੰਦੇ ਨੇ। ਸੋ ਨਿਊਮਰਸ ਅਮਾਉਂਟ ਆਫ ਜਿਹੜੇ ਹੁੰਦੇ ਕਿ ਬੱਚੇ ਜਿਹੜੇ ਹੈਗੇ ਬਿਲਸ ਜਿਹੜੇ ਪ੍ਰੂਫ ਉਹ ਇਕੱਠੇ ਕਰ ਲੈਂਦੇ ਆ, ਬਟ ਅਗਰ ਆਪਾਂ ਇਹਨਾਂ ਇਹ ਸਾਰਾ ਕੁਝ ਲਾਉਣ ਲੱਗ ਜਾਈਏ ਤਾਂ ਤੁਹਾਡੀ ਜਿਹੜੀ ਫਾਈਲ ਹੈਗੀ ਉਹ ਕੰਪਲੀਟ ਨਹੀਂ ਹੋ ਸਕਦੀ, ਕਿਉਂਕਿ ਉਹਦੇ ਵਿੱਚ ਜਿਹੜਾ ਕਿ ਆਪਣੇ ਕੋਲੇ ਅਵੇਲੇਬਿਲਿਟੀ ਹੁੰਦੀ ਹੈ ਉਹ ਡਾਟਾ ਦੀ ਬਹੁਤ ਲਿਮਿਟਡ ਹੁੰਦੀ ਹੈ। ਦੂਸਰੀ ਗੱਲ ਕਹੀਏ ਆਪਾਂ ਫੋਟੋਜ਼ ਦੀ, ਜਿਹੜੀਆਂ ਵੀ ਫੋਟੋਜ਼ ਚਾਹੀਦੀਆਂ ਹੁੰਦੀਆਂ ਨੇ, ਅਗਰ ਇੱਕ ਕੰਸਲਟੈਂਟ ਹੋਣ ਦੇ ਨਾਤੇ ਮੈਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਕਹਿੰਦਾ ਕਿ ਮੈਨੂੰ ਤੁਹਾਡੀਆਂ ਕੰਪਲੀਟ ਫੋਟੋਜ਼ ਚਾਹੀਦੀਆਂ ਨੇ, ਤਾਂ ਕਿ ਉਹਦੇ ਵਿੱਚੋਂ ਆਪਾਂ ਫੋਟੋਜ਼ ਚੂਜ਼ ਕਰਕੇ ਤੁਹਾਡੀਆਂ ਜਿਹੜੀਆਂ ਹੁੰਦੀਆਂ ਉਹ ਗਿਣਤੀਆਂ ਫੋਟੋਆਂ ਲੱਗਣੀਆਂ ਹੁੰਦੀਆਂ, ਉਹ ਫੋਟੋਆਂ ਚੂਜ਼ ਕਰਕੇ ਤੁਹਾਡੀ ਜਿਹੜੀ ਫਾਈਲ ਨੂੰ ਹੈਗੀ ਆ ਕੇਸ ਨੂੰ ਹੈਗਾ ਆਪਾਂ ਉਸ ਦੇ ਹਿਸਾਬ ਨਾਲ ਫੋਟੋਆਂ ਲਾਉਣੀਆਂ ਹੁੰਦੀਆਂ। ਬਹੁਤ ਸਾਰੇ ਵੀਰ ਕੀ ਕਰਦੇ ਨੇ ਕਿ ਫੋਟੋਆਂ ਆਪ ਲਿਆਉਂਦੇ ਨੇ, ਮੈਂ ਤਾਂ ਜੀ ਇੰਨੀਆਂ ਫੋਟੋਆਂ ਆਪ ਕੱਢ ਲਿਆ ਆ, ਉਹਦੇ ਵਿੱਚੋਂ
ਕਈ ਫੋਟੋਆਂ ਜਿਹੜੀਆਂ ਹੁੰਦੀਆਂ ਸਿਮਿਲਰ ਹੁੰਦੀਆਂ, ਉਹ ਨਹੀਂ ਲੱਗ ਸਕਦੀਆਂ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲਗਾਉਣੇ ਆ। ਤੇ ਐਂਡ ਤੇ ਗੱਲ ਕਰਦੇ ਹਾਂ ਜੀ ਵੀਜ਼ਾ ਆਫੀਸਰ ਦੀ। ਇਹ ਬਿਲਕੁਲ ਸਹੀ ਹੈ ਤੇ ਸੱਚ ਹੈ ਕਿ ਜਿਹੜੀ ਵੀ ਫਾਈਲ ਆਪਾਂ ਅਪਲੋਡ ਕਰਦੇ ਹਾਂ ਉਹਦੇ ਵਿੱਚ ਜਿੰਨੇ ਵੀ ਡਾਕੂਮੈਂਟ ਲੱਗੇ ਹੁੰਦੇ ਨੇ ਸਾਰੇ ਵੀਜ਼ਾ ਆਫੀਸਰ ਦੀ ਨਿਗਾਹ ਦੇ ਹੇਠ ਦੀ ਲੰਘਣੇ ਹੁੰਦੇ ਨੇ। ਇਹ ਨਹੀਂ ਹੈ ਕਿ ਅਗਰ ਆਪਾਂ ਜਿੰਨੇ ਵੀ ਡਾਕੂਮੈਂਟ ਲਾਏ ਵੀਜ਼ਾ ਆਫੀਸਰ ਨੇ ਕਿਹੜਾ ਧਿਆਨ ਨਾਲ ਵੇਖਣਾ ਉਹਨੂੰ ਤੋਂ, ਪਰ ਇਹ ਬਿਲਕੁਲ ਝੂਠ ਹੈ। ਕਿਉਂਕਿ ਮੈਨੂੰ ਜਿਸ ਵੀਰ ਨੇ ਕਮੈਂਟ ਦੇ ਵਿੱਚ ਕੁਐਰੀ ਪੁੱਛੀ ਸੀ, ਉਹਨੇ ਮੈਨੂੰ ਇਹ ਪਾਰਟਿਕੂਲਰ ਚੀਜ਼ ਪੁੱਛੀ ਸੀ ਕਿ ਉਸ ਤੋਂ ਬਾਅਦ ਵੀ ਇੱਕ ਦੋ ਜਣਿਆਂ ਨੇ ਮੈਨੂੰ ਇਹ ਗੱਲ ਕਹੀ ਕਿ ਸਾਨੂੰ ਸਾਡੇ ਕੰਸਲਟੈਂਟ ਨੇ ਕਿਹਾ ਕਿ ਨਹੀਂ ਜੀ ਨਹੀਂ, ਗੱਲਾਂ ਕਵਰਿੰਗ ਲੈਟਰ ਨੂੰ ਦੇਖਣਾ ਹੁੰਦਾ, ਪੜ੍ਹਦੇ ਆ ਵਿੱਚ ਤਾਂ ਕੋਈ ਨਿਗਾਹ ਨਹੀਂ ਮਾਰਦੇ। ਬਟ ਇਹ ਬਿਲਕੁਲ ਝੂਠ ਹੈ ਜੀ। ਵੀਜ਼ਾ ਆਫੀਸਰ ਹੈ ਉਹ ਬਹੁਤ ਹੀ ਰਿਪਿਊਟਡ ਪੋਸਟ ਤੇ ਬੈਠੇ ਹੋਏ ਨੇ ਤੇ ਉਹਨਾਂ ਨੇ ਤੁਹਾਡੀ ਫਾਈਲ ਜਦੋਂ ਉਹਨਾਂ ਦੇ ਸਾਹਮਣੇ ਜਾਂਦੀ ਆ, ਉਹਨਾਂ ਦੇ ਵਿੱਚੋਂ ਕੱਲਾ ਡਾਕੂਮੈਂਟ ਜਿਹੜਾ ਹੈਗਾ ਉਹ ਦੇਖਦੇ ਜ਼ਰੂਰ ਨੇ, ਕਿਉਂਕਿ ਤੁਸੀਂ ਜਿਹੜਾ ਕੁਝ ਲਗਾਇਆ ਹੋਇਆ ਤੇ ਉਹਦੀ ਜਸਟੀਫਿਕੇਸ਼ਨ ਜਿਹੜੀ ਹੁੰਦੀ ਆ ਆਪਾਂ ਆਪਦੀ ਫਾਈਲ ਦੇ ਵਿੱਚ ਪਹਿਲਾਂ ਕਰਕੇ ਲਗਾਉਣੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲਗਾਈ ਜਾਂਦੀ ਆ। ਸੋ ਜਦੋਂ ਵੀ ਤੁਸੀਂ ਆਪਣੀ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲਾਉਣੇ ਹੋ ਜਾਂ ਲੌਂਚ ਕਰਵਾਉਣੇ ਹੋ ਜਾਂ ਉਹਨੂੰ ਰੈਡੀ ਕਰਦੇ ਹੋ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿ ਡਾਕੂਮੈਂਟ ਜਿਹੜੇ ਹੈਗੇ ਤੁਹਾਡੇ ਉਹ ਬਿਲਕੁਲ ਪੂਰੇ ਔਰ ਤੁਸੀਂ ਕੰਪਲੀਟ ਕਰਕੇ ਲਗਾਓ। ਤੇ ਤੁਸੀਂ ਫਿਰ ਵੀ ਆਪਣੀ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਦੇ ਬਾਰੇ ਜਾਂ ਕੈਨੇਡਾ ਸਟੱਡੀ ਵੀਜ਼ਾ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਆਪਣੀ ਫਾਈਲ ਲੌਂਚ ਕਰਵਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਸਾਡੇ ਹੈੱਡ ਆਫਿਸ ਗਲੋਬਲ ਅਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ ਨੇੜੇ ਕੋਟਕਪੂਰਾ ਨੇਮਗਾ ਸਰਵਿਸ ਜੱਤੋ ਰੋਡ ਡਿਸਟ੍ਰਿਕਟ ਫਰੀਦਕੋਟ ਆ ਕੇ ਸਾਨੂੰ ਮਿਲ ਸਕਦੇ ਹੋ, ਜਾਂ ਸਾਡੇ ਡਿਸਕ੍ਰਿਪਸ਼ਨ ਦਿੱਤੇ ਹੋਏ ਨੰਬਰ 7707850037 7708850037 ਸਾਨੂੰ ਕਾਲ ਕਰ ਸਕਦੇ ਹੋ। ਟਾਈਮਿੰਗ ਜਿਹੜੇ ਹੈਗੇ ਆਫਿਸ ਦੇ ਹੈਗੇ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੁੰਦੇ ਨੇ। ਆਉਣ ਲੱਗੇ ਪਲੀਜ਼ ਕਾਲ ਕਰ ਲਿਆ ਕਰੋ। ਔਰ ਇਸ ਕੋਵਿਡ-19 ਦੇ ਸਮੇਂ ਦੇ ਵਿੱਚ ਬਾਹਰ ਆਉਣ ਲੱਗੇ ਪਲੀਜ਼ ਆਪਣੀਆਂ ਪ੍ਰੀਕਾਸ਼ਨ ਜਿਹੜੀਆਂ ਹੈਗੀਆਂ ਲੈ ਕੇ ਆਇਆ ਕਰੋ, ਆਪਣਾ ਮਾਸਕ ਲੈ ਕੇ ਆਇਆ ਕਰੋ, ਆਪਣਾ ਸੈਨੀਟਾਈਜ਼ਰ ਜਿਹੜਾ ਹੈਗਾ ਯੂਜ਼ ਕਰਕੇ ਰੱਖਿਆ ਕਰੋ, ਤਾਂ ਜੋ ਕਿ ਆਪਾਂ ਇਸ ਇਨਫੈਕਸ਼ਨ ਦੇ ਸਪਰੈਡ ਨੂੰ ਜਿਹੜਾ ਹੈਗਾ ਆਪਾਂ ਸਾਰਿਆਂ ਨੇ ਮਿਲ ਕੇ ਆਪਾਂ ਰੋਕਣਾ ਹੈਗਾ। ਤੇ ਅਗਰ ਆਪਾਂ ਬਚਦੇ ਹਾਂ ਤਾਂ ਆਪਾਂ ਦੂਸਰੇ ਨੂੰ ਵੀ ਬਚਣ ਦਾ ਮੌਕਾ ਦਿੰਦੇ ਹਾਂ। ਧੰਨਵਾਦ।